ਵਿਦਿਆਰਥੀਓ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਵੱਖ-ਵੱਖ ਭੌਤਿਕ ਵਸਤਾਂ ਜਿਵੇਂ ਕਿ ਖੰਡ, ਕਣਕ, ਚੌਲ ਆਦਿ ਦਾ ਪੁੰਜ ਮਾਪਣ ਲਈ ਗ੍ਰਾਮ ਜਾਂ ਕਿਲੋਗ੍ਰਾਮ ਇਕਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੇਕਰ ਅਸੀਂ ਕਿਸੇ ਲਾਈਨ ਦੀ ਲੰਬਾਈ ਮਾਪਣੀ ਹੋਵੇ ਜਾਂ ਕਿਸੇ ਅਲਮਾਰੀ ਦੀ ਲੰਬਾਈ ਮਾਪਣੀ ਹੋਵੇ ਜਾਂ ਕਿਸੇ ਪਲਾਟ ਜਾਂ ਸੜਕ ਦੀ ਲੰਬਾਈ ਮਾਪਣੀ ਹੋਵੇ ਤਾਂ ਅਸੀਂ ਸੈਂਟੀਮੀਟਰ, ਮੀਟਰ ਜਾਂ ਕਿਲੋਮੀਟਰ ਇਕਾਈਆਂ ਦੀ ਵਰਤੋਂ ਕਰਦੇ ਹਾਂ। ਅਸੀਂ ਲਿਕੁਇਡ ਅਮੋਨੀਆ ਜਾਂ ਲਿਕੁਇਡ ਬ੍ਰੋਮੀਨ ਦਾ ਆਇਤਨ ਵੀ ਲੀਟਰਾਂ ਵਿੱਚ ਜਾਂ ਮਿਲੀਲੀਟਰਾਂ ਵਿੱਚ ਮਾਪ ਸਕਦੇ ਹਾਂ। ਪਰ ਵਿਦਿਆਰਥੀਓ, ਰਸਾਇਣਿਕ ਵਿਗਿਆਨ ਵਿੱਚ ਅਸੀਂ ਸੂਖਮ ਪੱਧਰ ਤੇ ਪਰਮਾਣੂਆਂ ਤੇ ਅਣੂਆਂ ਦੀ ਗੱਲ ਕਰਦੇ ਹਾਂ। ਪਰਮਾਣੂ ਕਿਸੇ ਵੀ ਤੱਤ ਦੇ ਛੋਟੇ ਤੋਂ ਛੋਟੇ ਕਣ ਹਨ, ਜਿਵੇਂ ਕਿ ਸੋਨੇ, ਚਾਂਦੀ, ਤਾਂਬਾ ਆਦਿ ਤੱਤਾਂ ਦੇ ਪਰਮਾਣੂ ਸਕਰੀਨ ਤੇ ਵਿਖਾਏ ਜਾ ਰਹੇ ਹਨ। ਇੱਕੋ ਹੀ ਤੱਤ ਜਾਂ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੇ ਰਸਾਇਣਿਕ ਤੌਰ ਤੇ ਜੁੜਨ ਨਾਲ ਅਣੂ ਬਣਦਾ ਹੈ। ਪਾਣੀ, ਕਾਰਬਨ ਡਾਈਆਕਸਾਈਡ ਅਣੂ ਦੀਆਂ ਉਦਾਹਰਣਾਂ ਹਨ। ਵਿਦਿਆਰਥੀਓ, ਪਰ ਸੋਚੋ, ਜੇ ਆਪ ਜੀ ਨੂੰ ਮੈਂ ਕਹਾਂ ਕਿ ਸੋਨੇ ਦੇ ਇੱਕ ਪਰਮਾਣੂ ਦਾ ਪੁੰਜ ਪਤਾ ਕਰਕੇ ਦੱਸੋ ਜਾਂ ਇਸੇ ਤਰ੍ਹਾਂ ਸੋਡੀਅਮ ਹਾਈਡਰੋਆਕਸਾਈਡ ਦੇ ਇੱਕ ਅਣੂ ਦਾ ਪੁੰਜ ਪਤਾ ਕਰਕੇ ਦੱਸੋ, ਤਾਂ ਤੁਸੀਂ ਇਹ ਸਭ ਕਿਵੇਂ ਗਿਆਤ ਕਰੋਗੇ? ਕਿਉਂਕਿ ਪਰਮਾਣੂ ਜਾਂ ਅਣੂ ਤਾਂ ਸਾਨੂੰ ਦਿਖਦੇ ਹੀ ਨਹੀਂ। ਅੱਜ ਦੀ ਕਲਾਸ ਵਿੱਚ ਅਸੀਂ ਗ੍ਰਾਮ ਪਰਮਾਣੂ ਪੁੰਜ, ਗ੍ਰਾਮ ਅਣੂ ਪੁੰਜ ਅਤੇ ਮੋਲ ਸੰਕਲਪ ਬਾਰੇ ਪੜ੍ਹਾਂਗੇ ਅਤੇ ਕਿਸੇ ਯੌਗਿਕ ਦੇ ਮੂਲ ਅਨੁਪਾਤੀ ਸੂਤਰ ਬਾਰੇ ਜਾਣਾਂਗੇ। ਅੱਜ ਦੇ ਵਿਸ਼ੇ ਵਸਤੂ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸਾਨੂੰ ਪਰਮਾਣੂ ਪੁੰਜ ਅਤੇ ਅਣੂ ਪੁੰਜ ਦੀ ਪਰਿਭਾਸ਼ਾ ਪਤਾ ਹੋਣੀ ਚਾਹੀਦੀ ਹੈ। ਪਰਮਾਣੂ ਪੁੰਜ ਕਿਸੇ ਵੀ ਤੱਤ ਦਾ ਪਰਮਾਣੂ ਪੁੰਜ ਉਸ ਦੇ ਇੱਕ ਪਰਮਾਣੂ ਦਾ ਸਾਪੇਖਕ ਪੁੰਜ ਹੈ, ਜਦੋਂ ਕਿ ਤੁਲਨਾ ਲਈ ਕਾਰਬਨ 12 ਦੇ ਇੱਕ ਪਰਮਾਣੂ ਦਾ ਪੁੰਜ 12 AMU ਲਿਆ ਗਿਆ ਹੈ। ਜਾਂ ਪਰਮਾਣੂ ਪੁੰਜ ਇਹ ਦਰਸਾਉਂਦਾ ਹੈ ਕਿ ਕਿਸੇ ਤੱਤ ਦੇ ਪਰਮਾਣੂ ਦਾ ਪੁੰਜ ਕਾਰਬਨ 12 ਪਰਮਾਣੂ ਦੇ ਪੁੰਜ ਦੇ 1/12 ਭਾਗ ਨਾਲੋਂ ਕਿੰਨੇ ਗੁਣਾ ਭਾਰਾ ਹੈ। ਆਕਸੀਜਨ ਦਾ ਇੱਕ ਪਰਮਾਣੂ ਕਾਰਬਨ 12 ਪਰਮਾਣੂ ਦੇ ਪੁੰਜ ਦੇ 1/12ਵੇਂ ਭਾਗ ਨਾਲੋਂ 16 ਗੁਣਾ ਭਾਰਾ ਹੈ। ਇਸ ਲਈ ਇਸ ਦਾ ਪਰਮਾਣੂ ਪੁੰਜ 16 AMU ਹੈ। ਅਣੂ ਪੁੰਜ ਪਰਮਾਣੂ ਪੁੰਜ ਦੀ ਤਰ੍ਹਾਂ ਕਿਸੇ ਵਸਤੂ ਦਾ ਅਣੂ ਪੁੰਜ ਵੀ ਕਾਰਬਨ 12 ਆਈਸੋਟੋਪ ਦਾ ਪੁੰਜ 12 AMU ਮੰਨ ਕੇ ਸਾਪੇਖਕ ਪੁੰਜ ਵਜੋਂ ਪਤਾ ਕੀਤਾ ਜਾਂਦਾ ਹੈ। ਅਣੂ ਪੁੰਜ ਇਹ ਦਰਸਾਉਂਦਾ ਹੈ ਕਿ ਕਿਸੇ ਵਸਤੂ ਦੇ ਇੱਕ ਅਣੂ ਦਾ ਪੁੰਜ ਆਈਸੋਟੋਪ ਕਾਰਬਨ 12 ਦੇ ਇੱਕ ਪਰਮਾਣੂ ਦੇ ਪੁੰਜ ਦੇ 1/12ਵੇਂ ਭਾਗ ਨਾਲੋਂ ਕਿੰਨੇ ਗੁਣਾ ਭਾਰਾ ਹੈ। ਗ੍ਰਾਮ ਪਰਮਾਣੂ ਪੁੰਜ ਭਾਵ ਗ੍ਰਾਮ ਐਟੋਮਿਕ ਮਾਸ ਕਿਸੇ ਤੱਤ ਦੀ ਮਾਤਰਾ ਜਿਸ ਦਾ ਪੁੰਜ ਗ੍ਰਾਮਾਂ ਵਿੱਚ ਉਸ ਦੇ ਪਰਮਾਣੂ ਪੁੰਜ ਦੇ ਬਰਾਬਰ ਹੋਵੇ, ਉਸ ਨੂੰ ਸੰਬੰਧਿਤ ਤੱਤ ਦਾ ਗ੍ਰਾਮ ਪਰਮਾਣੂ ਪੁੰਜ ਆਖਦੇ ਹਨ। ਦੂਜੇ ਸ਼ਬਦਾਂ ਵਿੱਚ ਕਿਸੇ ਤੱਤ ਦਾ ਗ੍ਰਾਮਾਂ ਵਿੱਚ ਦਰਸਾਇਆ ਪਰਮਾਣੂ ਪੁੰਜ ਉਸ ਦਾ ਗ੍ਰਾਮ ਪਰਮਾਣੂ ਪੁੰਜ ਅਖਵਾਉਂਦਾ ਹੈ। ਕਿਸੇ ਤੱਤ ਦੇ ਗ੍ਰਾਮ ਪਰਮਾਣੂ ਪੁੰਜ ਨੂੰ 1 ਗ੍ਰਾਮ ਪਰਮਾਣੂ ਭਾਵ 1 ਗ੍ਰਾਮ ਐਟਮ ਵੀ ਕਿਹਾ ਜਾਂਦਾ ਹੈ। ਆਓ ਇੱਕ ਉਦਾਹਰਣ ਲਈਏ। ਆਕਸੀਜਨ ਦਾ ਪਰਮਾਣੂ ਪੁੰਜ ਬਰਾਬਰ ਹੈ
16 AMU। ਆਕਸੀਜਨ ਦਾ ਗ੍ਰਾਮ ਪਰਮਾਣੂ ਪੁੰਜ ਜਾਂ ਆਕਸੀਜਨ ਦਾ 1 ਗ੍ਰਾਮ ਪਰਮਾਣੂ ਬਰਾਬਰ ਹੈ 16 ਗ੍ਰਾਮ। ਵਿਦਿਆਰਥੀਓ, 1 ਗ੍ਰਾਮ ਪਰਮਾਣੂ ਭਾਵ 1 ਗ੍ਰਾਮ ਐਟਮ ਕਿਸੇ ਤੱਤ ਦੇ ਇੱਕ ਪਰਮਾਣੂ ਦੇ ਅਸਲ ਪੁੰਜ ਭਾਵ ਐਕਚੁਅਲ ਮਾਸ ਨਾਲੋਂ ਬਿਲਕੁਲ ਭਿੰਨ ਹੈ। ਆਓ ਇੱਕ ਉਦਾਹਰਣ ਲਈਏ। ਆਕਸੀਜਨ ਦੇ ਇੱਕ ਪਰਮਾਣੂ ਦਾ ਅਸਲ ਪੁੰਜ ਸਿਰਫ 2.66 ਗੁਣਾ 10 ਦੀ ਸ਼ਕਤੀ -23 ਗ੍ਰਾਮ ਹੈ, ਜਦੋਂ ਕਿ ਆਕਸੀਜਨ ਦਾ 1 ਗ੍ਰਾਮ ਪਰਮਾਣੂ 16 ਗ੍ਰਾਮ ਹੈ। ਕਿਸੇ ਤੱਤ ਦੇ ਇੱਕ ਅਣੂ ਦੇ ਗ੍ਰਾਮਾਂ ਵਿੱਚ ਪੁੰਜ ਨੂੰ ਅਸਲ ਪੁੰਜ ਆਖਦੇ ਹਨ। ਵਿਦਿਆਰਥੀਓ, ਆਓ ਹੁਣ ਗ੍ਰਾਮ ਅਣੂ ਪੁੰਜ ਬਾਰੇ ਜਾਣੀਏ। ਕਿਸੇ ਵਸਤੂ ਦੀ ਮਾਤਰਾ ਜਿਸ ਦਾ ਪੁੰਜ ਗ੍ਰਾਮਾਂ ਵਿੱਚ ਉਸ ਦੇ ਅਣੂ ਪੁੰਜ ਦੇ ਬਰਾਬਰ ਹੋਵੇ, ਉਸ ਨੂੰ ਸੰਬੰਧਿਤ ਵਸਤੂ ਦਾ ਗ੍ਰਾਮ ਅਣੂ ਪੁੰਜ ਕਹਿੰਦੇ ਹਨ। ਸਾਧਾਰਣ ਸ਼ਬਦਾਂ ਵਿੱਚ ਕਿਸੇ ਵਸਤੂ ਦਾ ਗ੍ਰਾਮਾਂ ਵਿੱਚ ਦਰਸਾਇਆ ਅਣੂ ਪੁੰਜ ਉਸ ਦਾ ਗ੍ਰਾਮ ਅਣੂ ਪੁੰਜ ਅਖਵਾਉਂਦਾ ਹੈ। ਵਸਤੂ ਦੇ ਗ੍ਰਾਮ ਅਣੂ ਪੁੰਜ ਨੂੰ 1 ਗ੍ਰਾਮ ਅਣੂ ਵੀ ਕਿਹਾ ਜਾਂਦਾ ਹੈ। ਆਓ ਇੱਕ ਉਦਾਹਰਣ ਲਈਏ। ਆਕਸੀਜਨ ਦਾ ਅਣੂ ਪੁੰਜ ਬਰਾਬਰ 32 AMU। ਆਕਸੀਜਨ ਦਾ ਗ੍ਰਾਮ ਅਣੂ ਪੁੰਜ ਜਾਂ ਆਕਸੀਜਨ ਦਾ 1 ਗ੍ਰਾਮ ਅਣੂ ਬਰਾਬਰ 32 ਗ੍ਰਾਮ। ਵਿਦਿਆਰਥੀਓ, 1 ਗ੍ਰਾਮ ਅਣੂ ਜਾਂ 1 ਗ੍ਰਾਮ ਮੋਲੀਕਿਊਲ ਨੂੰ ਕਿਸੇ ਵਸਤੂ ਦੇ ਇੱਕ ਅਣੂ ਦੇ ਗ੍ਰਾਮਾਂ ਵਿੱਚ ਪੁੰਜ ਬਰਾਬਰ ਨਾ ਸਮਝਿਆ ਜਾਵੇ। ਇਹ ਦੋਵੇਂ ਵੱਖ-ਵੱਖ ਹਨ। ਆਓ ਮੈਂ ਤੁਹਾਨੂੰ ਇਸ ਨੂੰ ਇੱਕ ਉਦਾਹਰਣ ਨਾਲ ਸਮਝਾਵਾਂ। ਆਕਸੀਜਨ ਦੇ ਇੱਕ ਅਣੂ ਦਾ ਪੁੰਜ 5.32 ਗੁਣਾ 10 ਦੀ ਸ਼ਕਤੀ -23 ਗ੍ਰਾਮ ਹੈ, ਜਦੋਂ ਕਿ ਆਕਸੀਜਨ ਦਾ 1 ਗ੍ਰਾਮ ਅਣੂ 32 ਗ੍ਰਾਮ ਹੈ। ਵਿਦਿਆਰਥੀਓ, ਆਓ ਹੁਣ ਮੋਲ ਸੰਕਲਪ ਜਾਂ ਮੋਲ ਕਨਸੈਪਟ ਬਾਰੇ ਜਾਣੀਏ। ਅਸੀਂ ਆਮ ਤੌਰ ਤੇ 12 ਵਸਤਾਂ ਦੇ ਗੁੱਟ ਨੂੰ ਦਰਜਨ ਅਤੇ ਕਿਸੇ ਵੀ ਕਿਸਮ ਦੀਆਂ 20 ਵਸਤਾਂ ਦੇ ਸੰਗ੍ਰਹਿ ਨੂੰ ਕੋੜੀ ਆਖਦੇ ਹਾਂ। ਇਸੇ ਤਰ੍ਹਾਂ ਵਿਗਿਆਨੀ 6.022 ਗੁਣਾ 10 ਦੀ ਸ਼ਕਤੀ 23 ਕਣਾਂ ਪਰਮਾਣੂਆਂ, ਅਣੂਆਂ ਅਤੇ ਆਇਨਾਂ ਆਦਿ ਦੇ ਸਮੂਹ ਲਈ ਮੋਲ ਇਕਾਈ ਦੀ ਵਰਤੋਂ ਕਰਦੇ ਹਨ। ਸਧਾਰਨ ਸ਼ਬਦਾਂ ਵਿੱਚ ਕਿਸੇ ਵਸਤੂ ਦੇ 6.022 ਗੁਣਾ 10 ਦੀ ਸ਼ਕਤੀ 23 ਕਣਾਂ ਪਰਮਾਣੂਆਂ, ਅਣੂਆਂ ਅਤੇ ਆਇਨਾਂ ਦੇ ਸਮੂਹ ਨੂੰ ਇੱਕ ਮੋਲ ਆਖਦੇ ਹਨ। ਇਸ ਲਈ ਇੱਕ ਮੋਲ ਦਾ ਸੰਖਿਆਤਮਕ ਮੁੱਲ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਹੈ। ਸੰਖਿਆ 6.022 ਗੁਣਾ 10 ਦੀ ਸ਼ਕਤੀ 23 ਨੂੰ ਐਵੋਗੈਦਰੋ ਅੰਕ ਜਾਂ ਐਵੋਗੈਦਰੋ ਨੰਬਰ ਜਾਂ ਐਵੋਗੈਦਰੋ ਸਥਿਰ ਅੰਕ ਭਾਵ ਐਵੋਗੈਦਰੋ ਕਨਸਟੈਂਟ ਵੀ ਕਹਿੰਦੇ ਹਨ ਅਤੇ ਐਵੋਗੈਦਰੋ ਕਨਸਟੈਂਟ ਨੂੰ Na ਦੁਆਰਾ ਦਰਸਾਇਆ ਜਾਂਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 1 ਮੋਲ ਐਵੋਗੈਦਰੋ ਅੰਕ ਹੈ। ਵਿਦਿਆਰਥੀਓ, 1 ਮੋਲ ਕਣਾਂ ਭਾਵ ਪਰਮਾਣੂਆਂ, ਅਣੂਆਂ ਅਤੇ ਆਇਨਾਂ ਵਿੱਚ ਕ੍ਰਮਵਾਰ 6.022 ਗੁਣਾ 10 ਦੀ ਸ਼ਕਤੀ 23 ਪਰਮਾਣੂਆਂ, ਅਣੂਆਂ ਅਤੇ ਆਇਨਾਂ ਦੇ ਸਮੂਹ ਹੁੰਦੇ ਹਨ।
ਉਦਾਹਰਣ ਵਜੋਂ 1 ਮੋਲ ਆਕਸੀਜਨ ਪਰਮਾਣੂ ਬਰਾਬਰ ਹੈ 6.022 ਗੁਣਾ 10 ਦੀ ਸ਼ਕਤੀ 23 ਆਕਸੀਜਨ ਪਰਮਾਣੂ। 1 ਮੋਲ ਆਕਸੀਜਨ ਅਣੂ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਆਕਸੀਜਨ ਅਣੂ। 1 ਮੋਲ ਇਲੈਕਟ੍ਰੋਨ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਇਲੈਕਟ੍ਰੋਨ। 1 ਮੋਲ ਅਮੋਨੀਆ ਅਣੂ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਅਮੋਨੀਆ ਅਣੂ। ਵਿਦਿਆਰਥੀਓ, ਸੁਭਾਵਕ ਤੌਰ ਤੇ ਸਾਡੇ ਮਨ ਵਿੱਚ ਜਿਗਿਆਸਾ ਪੂਰਨ ਪ੍ਰਸ਼ਨ ਉੱਠਦਾ ਹੈ ਕਿ ਵਿਗਿਆਨੀਆਂ ਨੇ ਮੋਲ ਵਾਸਤੇ ਪੂਰਨ ਅੰਕ ਜਿਵੇਂ ਕਿ 10 ਦੀ ਸ਼ਕਤੀ 25, 10 ਦੀ ਸ਼ਕਤੀ 30 ਆਦਿ ਦੀ ਬਜਾਏ 6.022 ਗੁਣਾ 10 ਦੀ ਸ਼ਕਤੀ 23 ਦਾ ਵਿਸ਼ੇਸ਼ ਅੰਕ ਕਿਉਂ ਚੁਣਿਆ ਹੈ? ਆਓ ਮੈਂ ਇਸ ਨੂੰ ਤੁਹਾਨੂੰ ਸਮਝਾ ਦਿਆਂ। ਅਸਲ ਵਿੱਚ ਮੋਲ ਨੂੰ ਆਰੰਭ ਵਿੱਚ ਇਸ ਪ੍ਰਕਾਰ ਪ੍ਰਭਾਸ਼ਿਤ ਕੀਤਾ ਗਿਆ ਸੀ। ਵਸਤੂ ਦੀ ਉਹ ਮਾਤਰਾ ਜਿਸ ਵਿੱਚ ਉਤਨੇ ਹੀ ਕਣ, ਪਰਮਾਣੂ, ਅਣੂ, ਆਇਨ ਆਦਿ ਹੋਣ ਜਿੰਨੇ ਕਿ 12.0 ਗ੍ਰਾਮ ਕਾਰਬਨ 12 ਆਈਸੋਟੋਪ ਵਿੱਚ ਪਰਮਾਣੂ ਹਨ ਨੂੰ ਮੋਲ ਆਖਦੇ ਹਨ। ਬਾਅਦ ਵਿੱਚ ਪਾਇਆ ਗਿਆ ਕਿ 12.0 ਗ੍ਰਾਮ ਕਾਰਬਨ 12 ਆਈਸੋਟੋਪ ਜਾਂ ਸਮਸਥਾਨਕ ਵਿੱਚ ਪਰਮਾਣੂਆਂ ਦੀ ਸੰਖਿਆ 6.022 ਜਾਂ 6.022 ਗੁਣਾ 10 ਦੀ ਘਾਤ 23 ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ 1 ਮੋਲ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਕਣ ਜਾਂ ਪਰਮਾਣੂ, ਅਣੂ ਆਦਿ। ਮੋਲਰ ਪੁੰਜ ਕਿਸੇ ਵਸਤੂ ਦੇ 1 ਮੋਲ ਕਣਾਂ ਜਾਂ ਪਰਮਾਣੂ, ਅਣੂ, ਆਇਨ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ। ਵਿਦਿਆਰਥੀਓ, ਆਓ ਹੁਣ ਮੋਲ, ਗ੍ਰਾਮ ਪਰਮਾਣੂ ਪੁੰਜ, ਗ੍ਰਾਮ ਅਣੂ ਪੁੰਜ ਅਤੇ ਮੋਲਰ ਪੁੰਜ ਵਿਚਕਾਰ ਸੰਬੰਧ ਬਾਰੇ ਜਾਣੀਏ। ਵਿਦਿਆਰਥੀਓ, ਪ੍ਰਯੋਗਿਕ ਤੌਰ ਤੇ ਇਹ ਪਾਇਆ ਗਿਆ ਹੈ ਕਿ ਕਿਸੇ ਵੀ ਤੱਤ ਦੇ 1 ਗ੍ਰਾਮ ਪਰਮਾਣੂ ਵਿੱਚ 1 ਮੋਲ ਪਰਮਾਣੂ ਹੁੰਦੇ ਹਨ। ਇਸ ਤਰ੍ਹਾਂ 1 ਮੋਲ ਪਰਮਾਣੂਆਂ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ, ਜੋ ਕਿ ਉਸ ਤੱਤ ਦੇ ਗ੍ਰਾਮ ਪਰਮਾਣੂ ਪੁੰਜ ਬਰਾਬਰ ਹੁੰਦਾ ਹੈ। ਕਿਸੇ ਤੱਤ ਦੇ 1 ਗ੍ਰਾਮ ਪਰਮਾਣੂ ਬਰਾਬਰ Na ਭਾਵ ਐਵੋਗੈਡਰੋ ਪਰਮਾਣੂ ਬਰਾਬਰ 1 ਮੋਲ ਪਰਮਾਣੂ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਪਰਮਾਣੂ ਬਰਾਬਰ ਗ੍ਰਾਮ ਪਰਮਾਣੂ ਪੁੰਜ। ਵਿਦਿਆਰਥੀਓ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਾਰਬਨ ਦਾ ਪਰਮਾਣੂ ਪੁੰਜ ਬਰਾਬਰ ਹੈ 12 AMU, ਕਾਰਬਨ ਦਾ ਗ੍ਰਾਮ ਪਰਮਾਣੂ ਪੁੰਜ ਬਰਾਬਰ 12 ਗ੍ਰਾਮ, ਕਾਰਬਨ ਦੇ 1 ਗ੍ਰਾਮ ਪਰਮਾਣੂ ਵਿੱਚ 6.022 ਗੁਣਾ 10 ਦੀ ਸ਼ਕਤੀ 23 ਕਾਰਬਨ ਪਰਮਾਣੂ ਹੁੰਦੇ ਹਨ, ਭਾਵ 1 ਮੋਲ ਕਾਰਬਨ ਪਰਮਾਣੂ ਬਰਾਬਰ ਹੈ 6.022 ਗੁਣਾ 10 ਦੀ ਸ਼ਕਤੀ 23 ਕਾਰਬਨ ਪਰਮਾਣੂ ਬਰਾਬਰ 1 ਗ੍ਰਾਮ ਕਾਰਬਨ ਪਰਮਾਣੂ ਬਰਾਬਰ
ਗ੍ਰਾਮ ਪਰਮਾਣੂ ਪੁੰਜ ਬਰਾਬਰ 12 ਗ੍ਰਾਮ ਦੇ। ਇਸੇ ਤਰ੍ਹਾਂ ਪ੍ਰਯੋਗਿਕ ਤੌਰ ਤੇ ਪਾਇਆ ਗਿਆ ਕਿਸੇ ਵਸਤੂ ਦੇ 1 ਗ੍ਰਾਮ ਅਣੂ ਵਿੱਚ 1 ਮੋਲ ਅਣੂ ਭਾਵ 6.022 ਗੁਣਾ 10 ਦੀ ਸ਼ਕਤੀ 23 ਅਣੂ ਹੁੰਦੇ ਹਨ। ਇਸ ਤਰ੍ਹਾਂ 1 ਮੋਲ ਅਣੂਆਂ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ, ਜੋ ਕਿ ਗ੍ਰਾਮ ਅਣੂ ਪੁੰਜ ਬਰਾਬਰ ਹੁੰਦਾ ਹੈ। ਕਿਸੇ ਤੱਤ ਦੇ 1 ਗ੍ਰਾਮ ਅਣੂ ਬਰਾਬਰ Na ਭਾਵ ਐਵੋਗੈਡਰੋ ਅਣੂ ਬਰਾਬਰ 1 ਮੋਲ ਅਣੂ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਅਣੂ ਬਰਾਬਰ ਗ੍ਰਾਮ ਅਣੂ ਪੁੰਜ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੇ 6.022 ਗੁਣਾ 10 ਦੀ ਸ਼ਕਤੀ 23 ਅਣੂਆਂ ਦਾ ਪੁੰਜ ਬਰਾਬਰ 18 ਗ੍ਰਾਮ ਬਰਾਬਰ 1 ਗ੍ਰਾਮ ਅਣੂ। ਇਸ ਸੂਚਨਾ ਦੇ ਆਧਾਰ ਤੇ ਇਹ ਆਮ ਸੰਬੰਧ ਸਥਾਪਿਤ ਕੀਤੇ ਜਾ ਸਕਦੇ ਹਨ। ਕਿਸੇ ਤੱਤ ਦੇ 1 ਮੋਲ ਪਰਮਾਣੂ ਬਰਾਬਰ ਹੈ 6.022 ਗੁਣਾ 10 ਦੀ ਸ਼ਕਤੀ 23 ਪਰਮਾਣੂ ਬਰਾਬਰ ਤੱਤ ਦਾ 1 ਗ੍ਰਾਮ ਪਰਮਾਣੂ ਬਰਾਬਰ ਗ੍ਰਾਮ ਪਰਮਾਣੂ ਪੁੰਜ। ਕਿਸੇ ਵਸਤੂ ਦੇ 1 ਮੋਲ ਅਣੂ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਅਣੂ ਬਰਾਬਰ ਵਸਤੂ ਦਾ 1 ਗ੍ਰਾਮ ਅਣੂ ਬਰਾਬਰ ਗ੍ਰਾਮ ਅਣੂ ਪੁੰਜ। ਇਸ ਵਿਵਰਣ ਤੋਂ ਸਪਸ਼ਟ ਹੈ ਕਿ ਕਿਸੇ ਵਸਤੂ ਦਾ ਪੁੰਜ ਜਿਸ ਵਿੱਚ Na ਜਾਂ 1 ਮੋਲ ਪਰਮਾਣੂ ਜਾਂ ਅਣੂ ਹੋਣ, ਉਹ ਸੰਖਿਆਤਮਕ ਤੌਰ ਤੇ ਗ੍ਰਾਮਾਂ ਵਿੱਚ ਦਰਸਾਏ ਪਰਮਾਣੂ ਪੁੰਜ ਜਾਂ ਅਣੂ ਪੁੰਜ ਦੇ ਲੜੀਵਾਰ ਬਰਾਬਰ ਹੁੰਦਾ ਹੈ। ਇਸ ਪੁੰਜ ਨੂੰ ਸੰਬੰਧਿਤ ਵਸਤੂ ਦਾ ਮੋਲਰ ਪੁੰਜ ਕਿਹਾ ਜਾਂਦਾ ਹੈ। ਕਿਸੇ ਵਸਤੂ ਦੇ 1 ਮੋਲ ਪਰਮਾਣੂਆਂ ਜਾਂ 1 ਮੋਲ ਅਣੂਆਂ ਦੇ ਗ੍ਰਾਮਾਂ ਵਿੱਚ ਪੁੰਜ ਨੂੰ ਉਸ ਦਾ ਮੋਲਰ ਪੁੰਜ ਆਖਦੇ ਹਨ। ਸਧਾਰਨ ਸ਼ਬਦਾਂ ਵਿੱਚ ਕਿਸੇ ਵਸਤੂ ਦੇ ਗ੍ਰਾਮ ਅਣੂ ਪੁੰਜ ਜਾਂ ਗ੍ਰਾਮ ਪਰਮਾਣੂ ਪੁੰਜ ਨੂੰ ਉਸ ਦਾ ਮੋਲਰ ਪੁੰਜ ਕਿਹਾ ਜਾਂਦਾ ਹੈ। ਮੋਲਰ ਪੁੰਜ ਨੂੰ m ਦੁਆਰਾ ਦਰਸਾਇਆ ਜਾਂਦਾ ਹੈ। ਇਸ ਦੀ ਇਕਾਈ ਆਮ ਤੌਰ ਤੇ ਗ੍ਰਾਮ ਪ੍ਰਤੀ ਮੋਲ ਲਈ ਜਾਂਦੀ ਹੈ। ਉਦਾਹਰਣ ਵਜੋਂ ਪਾਣੀ ਦਾ ਮੋਲਰ ਪੁੰਜ ਬਰਾਬਰ 18 ਗ੍ਰਾਮ ਪ੍ਰਤੀ ਮੋਲ, ਆਕਸੀਜਨ ਦਾ ਮੋਲਰ ਪੁੰਜ ਬਰਾਬਰ 32 ਗ੍ਰਾਮ ਪ੍ਰਤੀ ਮੋਲ, ਆਕਸੀਜਨ ਪਰਮਾਣੂ ਦਾ ਮੋਲਰ ਪੁੰਜ ਬਰਾਬਰ 16 ਗ੍ਰਾਮ ਪ੍ਰਤੀ ਮੋਲ। ਵਿਦਿਆਰਥੀਓ, ਮੋਲ ਅਤੇ ਇਸ ਦੇ ਸੰਖਿਆਤਮਕ ਮੁੱਲ ਮੋਲਰ ਪੁੰਜ ਅਤੇ ਗ੍ਰਾਮ ਪਰਮਾਣੂ ਪੁੰਜ ਜਾਂ ਗ੍ਰਾਮ ਅਣੂ ਪੁੰਜ ਦੇ ਦਰਮਿਆਨ ਸੰਬੰਧ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਕਿਸੇ ਵਸਤੂ ਦਾ 1 ਮੋਲ ਬਰਾਬਰ 6.022 ਗੁਣਾ 10 ਦੀ ਸ਼ਕਤੀ 23 ਪਰਮਾਣੂ ਜਾਂ ਅਣੂ ਬਰਾਬਰ ਮੋਲਰ ਪੁੰਜ ਬਰਾਬਰ ਗ੍ਰਾਮ ਪਰਮਾਣੂ ਪੁੰਜ ਜਾਂ ਗ੍ਰਾਮ ਅਣੂ ਪੁੰਜ। ਆਓ ਇਸ ਵਿਸ਼ੇ ਨਾਲ ਸੰਬੰਧਿਤ ਕੁਝ ਸਵਾਲ ਹੱਲ ਕਰਦੇ ਹਾਂ। 8 ਗ੍ਰਾਮ ਆਕਸੀਜਨ ਵਿੱਚ ਮੋਲਾਂ ਦੀ ਗਣਨਾ ਕਰੋ ਅਤੇ ਇਸ ਦਾ ਹੱਲ ਹੈ। ਆਕਸੀਜਨ ਦਾ ਪੁੰਜ ਬਰਾਬਰ 8 ਗ੍ਰਾਮ, ਆਕਸੀਜਨ ਦਾ ਅਣੂ ਪੁੰਜ ਜਾਂ ਮੋਲਰ ਪੁੰਜ ਬਰਾਬਰ 2 ਗੁਣਾ 16 ਗ੍ਰਾਮ ਬਰਾਬਰ 32 ਗ੍ਰਾਮ ਪਰ ਮੋਲ। ਕਿਸੇ ਵਸਤੂ ਦੇ ਮੋਲਾਂ ਦੀ ਸੰਖਿਆ
ਬਰਾਬਰ ਹੈ ਗ੍ਰਾਮਾਂ ਵਿੱਚ ਪੁੰਜ ਬਟਾ ਮੋਲਰ ਪੁੰਜ। 8 ਗ੍ਰਾਮ ਆਕਸੀਜਨ ਵਿੱਚ ਮੋਲਾਂ ਦੀ ਸੰਖਿਆ। Number of moles of oxygen equals to 8 gram by 32 gram per mole equals to 1/4 equals to 0.25 mole। आओ एक ਹੋਰ ਸਵਾਲ ਕਰੀਏ। ਨਾਈਟ੍ਰੋਜਨ ਪਰਮਾਣੂ ਦੇ 3 ਮੋਲਾਂ ਦਾ ਪੁੰਜ ਪਤਾ ਕਰੋ। ਹੱਲ। ਨਾਈਟ੍ਰੋਜਨ ਪਰਮਾਣੂ ਦੇ ਮੋਲ ਬਰਾਬਰ ਹਨ 3 ਮੋਲ। ਨਾਈਟ੍ਰੋਜਨ ਦਾ ਮੋਲਰ ਪੁੰਜ ਬਰਾਬਰ 14 ਗ੍ਰਾਮ ਪਰ ਮੋਲ। ਕਿਸੇ ਵਸਤੂ ਦਾ ਗ੍ਰਾਮਾਂ ਵਿੱਚ ਪੁੰਜ ਬਰਾਬਰ ਮੋਲਾਂ ਦੀ ਸੰਖਿਆ ਗੁਣਾ ਮੋਲਰ ਪੁੰਜ। ਨਾਈਟ੍ਰੋਜਨ ਦੇ 3 ਮੋਲਾਂ ਦਾ ਪੁੰਜ ਬਰਾਬਰ 3 ਮੋਲ ਗੁਣਾ 14 ਗ੍ਰਾਮ ਪਰ ਮੋਲ ਬਰਾਬਰ 42 ਗ੍ਰਾਮ। ਵਿਦਿਆਰਥੀਓ, ਆਓ ਹੁਣ ਕਿਸੇ ਤੱਤ ਦੀ ਪੁੰਜ ਪ੍ਰਤੀਸ਼ਤ ਜਾਂ ਮਾਸ ਪਰਸੈਂਟ ਆਫ ਐਨ ਐਲੀਮੈਂਟ ਬਾਰੇ ਜਾਣੀਏ। ਕਿਸੇ ਤੱਤ ਦਾ ਪੁੰਜ ਅਨੁਸਾਰ ਭਾਗ ਜੋ ਉਸ ਦੇ ਯੌਗਿਕ ਦੇ 100 ਭਾਗਾਂ ਵਿੱਚ ਉਪਸਥਿਤ ਹੁੰਦਾ ਹੈ, ਉਸ ਨੂੰ ਤੱਤ ਦੀ ਪੁੰਜ ਪ੍ਰਤੀਸ਼ਤ ਆਖਦੇ ਹਨ। ਜੇਕਰ ਸਾਨੂੰ ਕਿਸੇ ਯੌਗਿਕ ਵਿੱਚ ਉਪਸਥਿਤ ਤੱਤਾਂ ਦੇ ਪਰਮਾਣੂ ਪੁੰਜ ਗਿਆਤ ਹੋਣ ਤਾਂ ਇਸ ਦਾ ਅਣੂ ਪੁੰਜ ਪਤਾ ਕੀਤਾ ਜਾ ਸਕਦਾ ਹੈ। ਫਿਰ ਵੱਖ-ਵੱਖ ਤੱਤਾਂ ਦੀ ਪੁੰਜ ਪ੍ਰਤੀਸ਼ਤ ਇਸ ਫਾਰਮੂਲਾ ਨਾਲ ਪਤਾ ਕੀਤੀ ਜਾ ਸਕਦੀ ਹੈ। Mass percentage of an element equals to mass of an element in the compound upon molecular mass of the compound into 100। ਕਿਸੇ ਤੱਤ ਦੀ ਪੁੰਜ ਪ੍ਰਤੀਸ਼ਤ ਬਰਾਬਰ ਹੈ ਯੌਗਿਕ ਵਿੱਚ ਤੱਤ ਦਾ ਪੁੰਜ ਬਟਾ ਯੌਗਿਕ ਦਾ ਅਣੂ ਪੁੰਜ ਗੁਣਾ 100 ਦੇ। ਆਓ ਹਾਈਡਰੋਜਨ ਪਰਆਕਸਾਈਡ ਵਿੱਚ ਹਾਈਡਰੋਜਨ ਅਤੇ ਆਕਸੀਜਨ ਦੀ ਪੁੰਜ ਪ੍ਰਤੀਸ਼ਤ ਮਾਤਰਾ ਪਤਾ ਕਰਦੇ ਹਾਂ। ਹਾਈਡਰੋਜਨ ਦਾ ਪਰਮਾਣੂ ਪੁੰਜ 1 AMU ਅਤੇ ਆਕਸੀਜਨ ਦਾ ਪਰਮਾਣੂ ਪੁੰਜ 16 AMU ਹੈ। ਹਾਈਡਰੋਜਨ ਪਰਆਕਸਾਈਡ ਦਾ ਅਣੂ ਪੁੰਜ ਬਰਾਬਰ 2 ਗੁਣਾ ਹਾਈਡਰੋਜਨ ਦਾ ਪਰਮਾਣੂ ਪੁੰਜ ਜਮਾ 2 ਗੁਣਾ ਆਕਸੀਜਨ ਦਾ ਪਰਮਾਣੂ ਪੁੰਜ ਬਰਾਬਰ 2 ਗੁਣਾ 1 ਜਮਾ 2 ਗੁਣਾ 16 ਬਰਾਬਰ 2 ਜਮਾ 32 ਬਰਾਬਰ 34 AMU। H2O2 ਵਿੱਚ ਹਾਈਡਰੋਜਨ ਦਾ ਪੁੰਜ ਬਰਾਬਰ 2 ਗੁਣਾ ਹਾਈਡਰੋਜਨ ਦਾ ਪਰਮਾਣੂ ਪੁੰਜ ਬਰਾਬਰ 2 ਗੁਣਾ 1 ਬਰਾਬਰ 2 AMU। ਹਾਈਡਰੋਜਨ ਪਰਆਕਸਾਈਡ ਵਿੱਚ ਹਾਈਡਰੋਜਨ ਦੀ ਪੁੰਜ ਪ੍ਰਤੀਸ਼ਤ ਮਾਤਰਾ ਬਰਾਬਰ 2/34 ਗੁਣਾ 100 ਬਰਾਬਰ 5.88%। ਹਾਈਡਰੋਜਨ ਪਰਆਕਸਾਈਡ ਵਿੱਚ ਆਕਸੀਜਨ ਦਾ ਪੁੰਜ ਬਰਾਬਰ 2 ਗੁਣਾ ਆਕਸੀਜਨ ਦਾ ਪਰਮਾਣੂ ਪੁੰਜ ਬਰਾਬਰ 2 ਗੁਣਾ 16 ਬਰਾਬਰ 32 AMU। ਹਾਈਡਰੋਜਨ ਪਰਆਕਸਾਈਡ ਵਿੱਚ ਆਕਸੀਜਨ ਦੀ ਪੁੰਜ ਪ੍ਰਤੀਸ਼ਤ ਮਾਤਰਾ ਬਰਾਬਰ 32/34 ਗੁਣਾ 100 ਬਰਾਬਰ 94.12%। ਵਿਦਿਆਰਥੀਓ, ਹੁਣ ਅਸੀਂ ਅਣੂ ਸੂਤਰ ਅਤੇ ਮੂਲ ਅਨੁਪਾਤੀ ਸੂਤਰ ਜਾਂ ਮੋਲੀਕੂਲਰ ਫਾਰਮੂਲਾ ਐਂਡ ਇੰਪੀਰੀਕਲ ਫਾਰਮੂਲਾ ਬਾਰੇ ਜਾਣਦੇ ਹਾਂ। ਉਹ ਸੂਤਰ ਜਿਹੜਾ ਕਿਸੇ ਯੌਗਿਕ ਦੇ ਇੱਕ ਅਣੂ ਵਿੱਚ ਉਪਸਥਿਤ ਹਰ ਤੱਤ ਦੇ ਪਰਮਾਣੂਆਂ ਦੀ ਅਸਲ ਸੰਖਿਆ ਦਰਸਾਵੇ, ਉਸ ਨੂੰ ਅਣੂ ਸੂਤਰ ਆਖਦੇ ਹਨ। ਉਹ ਸੂਤਰ ਜਿਹੜਾ
ਕਿਸੇ ਯੌਗਿਕ ਦੇ ਇੱਕ ਅਣੂ ਵਿੱਚ ਉਪਸਥਿਤ ਹਰ ਤੱਤ ਦੇ ਪਰਮਾਣੂਆਂ ਦੀ ਸਾਪੇਖਿਕ ਸੰਖਿਆ ਦਰਸਾਵੇ, ਉਸ ਨੂੰ ਮੂਲ ਅਨੁਪਾਤੀ ਸੂਤਰ ਕਹਿੰਦੇ ਹਨ। ਭਾਵ ਮੂਲ ਅਨੁਪਾਤੀ ਸੂਤਰ ਕਿਸੇ ਯੌਗਿਕ ਦੇ ਇੱਕ ਅਣੂ ਵਿੱਚ ਉਪਸਥਿਤ ਹਰ ਤੱਤ ਦੇ ਪਰਮਾਣੂਆਂ ਦੀ ਸੰਖਿਆ ਵਿਚਕਾਰ ਸਾਧਾਰਨ ਅਨੁਪਾਤ ਦਰਸਾਉਂਦਾ ਹੈ, ਜਦੋਂ ਕਿ ਅਣੂ ਸੂਤਰ ਜਾਂ ਮੋਲੀਕੂਲਰ ਫਾਰਮੂਲਾ ਹਰ ਤੱਤ ਦੇ ਪਰਮਾਣੂਆਂ ਦੀ ਅਸਲ ਸੰਖਿਆ ਪ੍ਰਦਰਸ਼ਿਤ ਕਰਦਾ ਹੈ। ਉਦਾਹਰਣ ਵਜੋਂ H2O2 ਹਾਈਡਰੋਜਨ ਪਰਆਕਸਾਈਡ ਦਾ ਅਣੂ ਸੂਤਰ ਹੈ, ਜਦੋਂ ਕਿ HO ਹਾਈਡਰੋਜਨ ਪਰਆਕਸਾਈਡ ਦਾ ਮੂਲ ਅਨੁਪਾਤੀ ਸੂਤਰ ਹੈ। ਹਾਈਡਰੋਜਨ ਪਰਆਕਸਾਈਡ ਦਾ ਅਣੂ ਸੂਤਰ H2O2 ਦਰਸਾਉਂਦਾ ਹੈ ਕਿ ਇਸ ਦੇ ਇੱਕ ਅਣੂ ਵਿੱਚ ਹਾਈਡਰੋਜਨ ਦੇ 2 ਪਰਮਾਣੂ ਅਤੇ ਆਕਸੀਜਨ ਦੇ